हाँ जी बेटा, तो नैक्सट साडा असीं कल कीता सी रास्टर ਸਕੈਨ डिस्पले। तो मैं दो तरह के डिस्पले डिवाइसिस करवा रही ਹਾਂ। देखो रास्टर ਦੇ ਵਿੱਚ ਕੀ ਸੀਗਾ ਕਿ ਜਦੋਂ ਕੋਈ ਪਿਕਚਰ ਬਣਾਉਣੀ, ਸਪੋਜ਼ ਕਰੋ ਅਸੀਂ ਏ ਬਣਾਉਣੀ ਆ, ਕੋਈ ਜ਼ਰੂਰੀ ਨਹੀਂ ਅਲਫਾਬੈਟ ਕੋਈ ਹੋਰ ਵੀ ਬਣ ਸਕਦਾ। ਅਸੀਂ ਏ ਬਣਾਉਣੀ ਤਾਂ ਉਹ ਕੀ ਕਰਦਾ ਸੀਗਾ, ਉਹ ਸਟਾਰਟਿੰਗ ਤੋਂ ਸਕੈਨ ਕਰਦਾ ਸੀ, ਜਿੱਥੇ ਲੋੜ ਹੁੰਦੀ ਸੀ ਇਲੈਕਟ੍ਰੋਨ ਗਨ ਦੀ ਉੱਥੇ ਉੱਥੇ ਉਹਨਾਂ ਨੂੰ ਹਾਈਲਾਈਟ ਕਰ ਦਿੰਦਾ ਸੀ, ਬਟ ਸਕੈਨ ਸਾਰੀ ਸਕਰੀਨ ਹੀ ਉਹਨੂੰ ਕਰਨੀ ਪੈਂਦੀ ਸੀ। ਕਲੀਅਰ। ਨੈਕਸਟ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਰੈਂਡਮ ਸਕੈਨ ਡਿਸਪਲੇ, ਜਿਹਨੂੰ ਵੈਕਟਰ ਡਿਸਪਲੇ ਵੀ ਕਹਿੰਦੇ ਆ। ਇਸ ਦੇ ਵਿੱਚ ਕੀ ਹੁੰਦਾ ਗਾ ਕਿ ਤੁਸੀਂ ਸਾਰੀ ਸਕਰੀਨ ਨੂੰ ਸਕੈਨ ਨਾ ਕਰਕੇ ਤੁਹਾਡੀ ਜਿਹੜੀ ਇਲੈਕਟ੍ਰੋਨ ਬੀਮ ਆ ਜਸਟ ਉਹ ਉਸੇ ਪਰਟੀਕੂਲਰ ਪੁਆਇੰਟਸ 'ਤੇ ਹੀ ਜਾਊਗੀ ਜਿੱਥੇ ਅਸੀਂ ਪਿਕਚਰ ਬਣਾਉਣੀ ਹੈ। ਕਲੀਅਰ। ਜਿੱਦਾਂ ਅਸੀਂ ਜਿਸ ਲੋਕੇਸ਼ਨ 'ਤੇ ਪਿਕਚਰ ਡਰਾ ਕਰ ਰਹੇ ਤਾਂ ਤੁਹਾਡੀ ਇਲੈਕਟ੍ਰੋਨ ਬੀਮ ਡਾਇਰੈਕਟ ਉਹਨਾਂ ਪੋਜੀਸ਼ਨਸ 'ਤੇ ਸਟਰਾਈਕ ਕਰੂਗੀ ਅਤੇ ਉਹ ਪਿਕਚਰ ਬਣਾ ਦੂਗੀ, ਨਾ ਕਿ ਸਾਰੀਆਂ 'ਤੇ, ਮਤਲਬ ਸਾਰੀ ਸਕਰੀਨ ਨੂੰ ਸਕੈਨ ਨਾ ਕਰਕੇ ਡਾਇਰੈਕਟ ਉਹਨਾਂ ਪੋਜੀਸ਼ਨਸ ਨੂੰ ਸਕੈਨ ਕਰਕੇ ਜਿਸ ਦੇ ਵਿੱਚ ਪਿਕਚਰ ਬਣਾਈ ਜਾਂਦੀ ਹੈ ਉਸ ਡਿਸਪਲੇ ਨੂੰ ਰੈਂਡਮ ਡਿਸਪਲੇ ਬੋਲਿਆ ਜਾਂਦਾ। ਕਲੀਅਰ। ਤਾਂ ਇਹਦੇ ਵਿੱਚ ਜਿਹੜੀ ਤੁਹਾਡੀ ਇਹ ਜਿਹੜੀ CRT ਜਿਹੜੀ ਰੈਂਡਮ ਅਕੋਰਡਿੰਗ ਕੰਮ ਕਰ ਰਹੀ ਹੈ, ਇਹਦੇ ਵਿੱਚ ਪਿਕਸਲਸ ਦੀ ਇੰਟੈਂਸਿਟੀ ਵੈਲਿਊ ਸਟੋਰ ਨਾ ਕਰਕੇ ਜਿਹੜੀ ਪਿਕਚਰ ਬਣਾਈ ਜਾਂਦੀ ਆ ਉਹ ਐਜ਼ ਆ ਕਹਿ ਲਓ ਕਿ ਇੱਕ ਤਰ੍ਹਾਂ ਦਾ ਲਾਈਨ ਕਮਾਂਡਸ ਇੱਦਾਂ ਦੇ ਤਰੀਕੇ ਨਾਲ ਜਿਹੜੀ ਹੈ ਉਹ ਬਣਾਈ ਜਾਊਗੀ। ਕਲੀਅਰ। ਤਾਂ ਇਸ ਨੂੰ ਜਿਹੜਾ ਹੈਗਾ ਗਾ ਵੈਕਟਰ ਡਿਸਪਲੇ ਜਾਂ ਕੈਲੀਗ੍ਰਾਫਿਕ ਡਿਸਪਲੇ ਜਾਂ ਸਟ੍ਰੋਕ ਰਾਈਟਿੰਗ ਡਿਸਪਲੇ ਵੀ ਕਿਹਾ ਜਾਂਦਾ ਗਾ। ਓਬਵੀਅਸ ਹੁਣ ਇਸ ਦੇ ਵਿੱਚ ਵੀ ਇੱਕ ਚੀਜ਼ ਤਾਂ ਹੈ ਕਿ ਰਿਫਰੈਸ਼ ਬਫਰ, ਤਾਂ ਇਸ ਦੇ ਵਿੱਚ ਵੀ ਸਾਨੂੰ ਲੋੜ ਪਊਗੀ। ਰਿਫਰੈਸ਼ ਬਫਰ ਕੀ ਹੁੰਦਾ ਸਾਡਾ, ਜਿੱਥੇ ਪਿਕਚਰ ਦੀ ਡੈਫੀਨੇਸ਼ਨ ਸਟੋਰ ਆ। ਡੈਫੀਨੇਸ਼ਨ ਮਤਲਬ ਮੈਂ ਕਿਹਾ ਕਿ ਅਸੀਂ ਇਹ ਪਿਕਚਰ ਡਰਾ ਕਰਨੀ ਹੈ, ਬਟ ਇਹ ਪਿਕਚਰ ਕਿਸ ਲੋਕੇਸ਼ਨ 'ਤੇ ਕਿਸ ਕਲਰ ਦੀ ਕਿੱਦਾਂ ਡਰਾ ਕਰਨੀ ਹੈ ਉਹ ਸਾਰੀ ਇਨ ਡਿਟੇਲ ਜਿੱਥੇ ਸਟੋਰ ਹੁੰਦੀ ਹੈ ਮੈਮਰੀ ਦੇ ਵਿੱਚ ਉਹਨੂੰ ਰਿਫਰੈਸ਼ ਬਫਰ ਬੋਲਿਆ ਜਾਂਦਾ ਗਾ। ਅਗੇਨ ਇੰਪੋਰਟੈਂਟ ਲਾਈਨ ਜਿਹੜੀ ਤੁਹਾਨੂੰ ਮੈਂ ਕਿਹਾ ਸੀ ਕਿ ਰੈਂਡਮ ਦੇ ਵਿੱਚ ਜਿਹੜੀ ਪਿਕਚਰ ਆ ਇਨ ਦਾ ਫਾਰਮ ਆਫ ਇੰਟੈਂਸਿਟੀ ਵੈਲਿਊ ਨਾ ਹੋ ਕੇ ਪਿਕਸਲ ਦੀ ਇੰਟੈਂਸਿਟੀ ਵੈਲਿਊ ਨਹੀਂ, ਐਜ਼ ਅ ਫਾਰਮ ਆਫ ਲਾਈਨ ਮਤਲਬ ਡਰਾਇੰਗ ਕਮਾਂਡਸ ਦੀ ਫਾਰਮ ਦੇ ਵਿੱਚ ਸਟੋਰ ਹੁੰਦੀ ਹੈ, ਨਾ ਕਿ ਇੰਟੈਂਸਿਟੀ ਵੈਲਿਊ ਦੇ ਵਿੱਚ। ਕਲੀਅਰ। ਤਾਂ ਇਹ ਜਿਹੜੇ ਤੁਹਾਡੇ ਮੇਨ ਪੁਆਇੰਟ ਸੀਗੇ, ਤੁਸੀਂ ਵਿਦ ਦਾ ਹੈਲਪ ਆਫ ਡਾਇਗਰਾਮ ਵੀ ਬਣਾ ਕੇ ਦਿਖਾ ਸਕਦੇ ਹੋ ਕਿ ਕਿੱਦਾਂ ਜਿਹੜੀ ਹੈ ਉਹ ਰੈਂਡਮ ਸਕੈਨ ਦੇ ਵਿੱਚ ਕੰਮ ਕੀਤਾ ਜਾਂਦਾ। ਇਸ ਤੋਂ ਨੈਕਸਟ ਬੇਟਾ ਜੇ ਇੰਪੋਰਟੈਂਟ ਗੱਲ ਕਰੀਏ ਅਸੀਂ ਤਾਂ ਉਹ ਹੈਗੀ ਸਾਡੀ ਕਿ ਇਸ ਦਾ ਰਿਫਰੈਸ਼ ਰੇਟ ਕਿੰਨਾ। ਤਾਂ ਇਸ ਦਾ ਜਿਹੜਾ ਰਿਫਰੈਸ਼ ਰੇਟ ਹੈ ਉਹ 30 to 60 ਟਾਈਮਸ ਪਰ ਸੈਕਿੰਡ ਦਾ ਇਸ ਦਾ ਰਿਫਰੈਸ਼ ਰੇਟ ਹੋਊਗਾ। ਕਲੀਅਰ ਹੈ। ਤਾਂ ਇਹਦਾ ਇੱਕ ਹੀ ਡਿਸਐਡਵਾਂਟੇਜ ਹੈ ਰੈਂਡਮ ਸਕੈਨ ਦਾ ਕਿ ਇਸ ਦੇ ਵਿੱਚ ਰੀਅਲਿਸਟਿਕ ਜਿਹੜੀਆਂ ਸ਼ੇਡਡ ਸਕੀਨਸ ਮਤਲਬ ਪਿਕਚਰਸ ਵਗੈਰਾ ਨੇ ਤੁਸੀਂ ਉਹ ਡਰਾ ਨਹੀਂ ਕਰ ਸਕਦੇ। ਕਲੀਅਰ ਹੈ। ਇਸ ਤੋਂ ਇਲਾਵਾ ਜੋ ਵੀ ਪੁਆਇੰਟਸ ਨੇ ਆਪਾਂ ਐਜ਼ ਅ ਫਾਰਮ ਆਫ ਡਿਫਰੈਂਸ ਹੀ ਨੀਚੇ ਕਰ ਲੈਂਦੇ ਹਾਂ ਕਿ ਕੀ ਦੋਨਾਂ ਦੇ ਵਿੱਚ ਡਿਫਰੈਂਸ ਸੀ। ਤਾਂ ਅਸੀਂ ਰਾਸਟਰ ਅਤੇ ਰੈਂਡਮ ਦੋਨੋਂ ਕਰ ਲਓ। ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਜਿਹੜੀ ਇਲੈਕਟ੍ਰੋਨ ਬੀਮ ਆ ਉਹ ਪੂਰੀ ਸਕਰੀਨ ਨੂੰ ਸਕੈਨ ਕਰਦੀ ਸੀ, ਇਸ ਦੇ ਵਿੱਚ ਸਿਰਫ ਉਸੇ ਪੋਜੀਸ਼ਨ 'ਤੇ ਹੀ ਹੋਊਗੀ। ਇਸ ਦੇ ਵਿੱਚ ਜਿਹੜੀ ਪਿਕਚਰ ਦੀ ਡੈਫੀਨੇਸ਼ਨ ਉਹ ਐਜ਼ ਅ ਇੰਟੈਂਸਿਟੀ ਵੈਲਿਊ ਸਟੋਰ ਹੁੰਦੀ ਸੀ, ਇਹਦੇ ਵਿੱਚ ਡਰਾਇੰਗ ਕਮਾਂਡਸ ਦੀ ਫਾਰਮ 'ਚ ਸਟੋਰ ਹੋਊਗੀ। ਇਸ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਰਿਫਰੈਸ਼ਿੰਗ ਹੈ ਉਹਦਾ ਤੁਹਾਡਾ ਰਿਫਰੈਸ਼ ਰੇਟ, ਤਾਂ ਇਹਦੇ ਵਿੱਚ ਜਿਹੜੀ ਰਿਫਰੈਸ਼ਿੰਗ ਹੈ ਉਹ ਪੂਰੀ ਸਕਰੀਨ ਦੀ ਫਿਰ ਵਾਪਸ ਤੋਂ ਉੱਦਾਂ ਹੀ ਰਿਫਰੈਸ਼ਿੰਗ ਸ਼ੁਰੂ ਹੁੰਦੀ ਸੀ, ਇਹਦੇ ਵਿੱਚ ਵਾਪਸ ਉੱਥੇ ਜਿਹੜੀ ਹੈਗੀ ਕਮਾਂਡਸ ਨੂੰ ਹੀ ਰਿਪੀਟ ਕੀਤਾ ਜਾਂਦਾ। ਰਿਫਰੈਸ਼ ਰੇਟ 60 to 80 ਪਰ ਸਾਈਕਲਸ ਪਰ ਸੈਕਿੰਡ ਸੀ ਵਿੱਚ 30 to 60 ਪਰ ਸਾਈਕਲਸ ਤੁਹਾਡਾ ਰਹੇਗਾ। ਪਿਕਚਰ ਜਿਹੜੀ ਤੁਹਾਡੀ ਹੈਗੀ ਵੇਟ ਓਕੇ, ਪਿਕਚਰ ਤੁਹਾਡੀ ਜਿਹੜੀ ਉਹ ਪੈਟਰਨ ਉਸ ਨਾਲ ਉਹਨਾਂ ਸਪੋਰਟਸ ਨੂੰ ਜਗਾ ਕੇ ਬਣਾਈ ਜਾਂਦੀ ਸੀ, ਜੋ ਪਿਕਸਲ ਸਾਨੂੰ ਚਾਹੀਦੇ ਸੀਗੇ। ਇਸ ਦੇ ਵਿੱਚ ਫਾਰਮ ਆਫ ਲਾਈਨਸ ਬਣਾਈ ਜਾਂਦੀ ਸੀਗੀ। ਰੈਜ਼ੋਲੂਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਰੈਜ਼ੋਲੂਸ਼ਨ ਉਹ ਪੂਰਾ, ਬਟ ਰੈਂਡਮ ਦੇ ਵਿੱਚ ਰੈਜ਼ੋਲੂਸ਼ਨ ਹਾਈ ਰਹੇਗਾ। ਰੀਅਲਿਸਟਿਕ ਦੀ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਰਾਸਟਰ ਹੈ ਉਹ ਮੱਚ ਮੋਰ ਰੀਅਲਿਸਟਿਕ ਹੈਗੀ ਰੈਂਡਮ ਦੇ ਨਾਲੋਂ। ਇੰਟਰਲੇਸਿੰਗ ਦਾ ਕਨਸੈਪਟ ਆਪਾਂ ਆਲਰੇਡੀ ਕਰਕੇ ਆਏ ਹੈਗੇ ਕਿ ਇੰਟਰਲੇਸਿੰਗ ਕੀ ਹੁੰਦੀ ਹੈ। ਈਵਨ ਆਡ ਕਰਕੇ ਜਦੋਂ ਅਸੀਂ ਫਲਿੱਕਰ ਦੀ ਪ੍ਰੋਬਲਮ ਨੂੰ ਘੱਟ ਕਰਨ ਦੇ ਲਈ ਈਵਨ ਆਡ ਲਾਈਨ ਸਕੈਨ ਕਰਦੇ ਹਾਂ ਤਾਂ ਇਸ ਦੇ ਵਿੱਚ ਓਬਵੀਅਸਲੀ ਸਾਰੀ ਸਕਰੀਨ ਯੂਜ਼ ਹੋਊਗੀ ਤਾਂ ਇੰਟਰਲੇਸਿੰਗ ਦਾ ਕਨਸੈਪਟ ਇੰਪਲੀਮੈਂਟ ਹੋਊਗਾ। ਇਸ ਦੇ ਵਿੱਚ ਡਾਇਰੈਕਟ ਉਸ ਪੋਜੀਸ਼ਨ 'ਤੇ ਬਣਾ ਰਹੇ ਤਾਂ ਈਵਨ ਆਡ ਦੀ ਜਿਹੜੀ ਕਨਸੈਪਟ ਉਹ ਇੱਥੇ ਯੂਜ਼ ਨਹੀਂ ਹੁੰਦਾ। ਸਕੈਨ ਕਨਵਰਜਨ ਦਾ ਮੈਥਡ ਰਿਕੁਆਇਰਡ ਜਾਂ ਨਾਟ ਰਿਕੁਆਇਰਡ ਇਹ ਤੁਸੀਂ ਕਰੋਗੇ। ਓਕੇ, ਨੈਕਸਟ ਇੰਪੋਰਟੈਂਟ ਜੋ ਗੱਲ ਹੈ ਅੱਗੇ ਜਾ ਕੇ ਆਪਾਂ ਕਲਰ ਬਣਾਉਣ ਦੇ ਮੈਥਡ ਕਰਾਂਗੇ ਦੋ, ਸ਼ੈਡੋ ਅਤੇ ਬੀਮ। ਕੱਲ੍ਹ ਦੇ ਟੌਪਿਕ ਦੇ ਵਿੱਚ ਇਹ ਕਰਾਂਗੇ। ਤਾਂ ਰਾਸਟਰ ਦੇ ਵਿੱਚ ਸ਼ੈਡੋ ਮੈਥਡ ਨੂੰ ਇੰਪਲੀਮੈਂਟ ਕੀਤਾ ਜਾਂਦਾ, ਰੈਂਡਮ ਦੇ ਵਿੱਚ ਬੀਮ ਪੈਨੀਟ੍ਰੇਸ਼ਨ ਮੈਥਡ ਨੂੰ ਇੰਪਲੀਮੈਂਟ ਕੀਤਾ ਜਾਂਦਾ। ਕੋਸਟ ਤੁਸੀਂ ਚੈੱਕ ਕਰ ਲਓਗੇ ਕਿ ਜਿਹੜੀ ਤੁਹਾਡੀ ਕਿਹੜੀ ਕੋਸਟਲੀਅਰ, ਤਾਂ ਤੁਹਾਡੀ ਜਿਹੜੀ ਰੈਂਡਮ ਸਕੈਨ ਉਹ ਕੋਸਟਲੀਅਰ ਹੈ, ਬਟ ਇਹ ਦੋ ਮੇਨ ਮੈਥਡਸ ਵੀ ਆਪਾਂ ਕੱਲ੍ਹ ਨੂੰ ਕਵਰ ਕਰਾਂਗੇ। ਅਤੇ ਇਹ ਸੀ ਤੁਹਾਡਾ ਟੌਪਿਕ ਰੈਂਡਮ ਸਕੈਨ ਡਿਸਪਲੇਸ।